प्यार भरी सत श्री अकाल। मैं रमनीक सिंह, लैक्चरर फिजिक्स, अरनी वाला शेख सुभान, जिला फाजिलका। बेटे जिहड़ा अज दा अपना टॉपिक है वो है सिंपल हारमोनिक मोशन नाल संबंधित कुछ इंपॉर्टेंट टर्म्स है जिन्हां बारे आपां की करना डिस्कस करना, लाइक टाइम पीरीयड, फ्रीकुएंसी, डिसप्लेसमेंट एंड फेस। ठीक है जी, आपां शुरू करते हैं अपना लैक्चर। देखो बेटे, सब तो पहला आपां क्योंकि ਅਸੀਂ ਗੱਲ ਕਰ ਰਹੇ ਹਾਂ SHM मतलब ਸਿੰਪਲ ਹਾਰਮੋਨਿਕ ਮੋਸ਼ਨ, ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜੇਕਰ ਅਸੀਂ ਡਿਊਰੇਸ਼ਨ ਦੇ ਆਧਾਰ ਤੇ, ਸਮੇਂ ਦੇ ਆਧਾਰ ਤੇ ਮੋਸ਼ਨ ਨੂੰ ਡਿਵਾਈਡ ਕਰੀਏ ਤਾਂ ਉਹਦੀਆਂ ਦੋ ਡਿਵੀਜ਼ਨਸ ਕੀਤੀਆਂ ਜਾ ਸਕਦੀਆਂ। ਫਸਟ ਇਜ਼ ਦੀ ਪੀਰੀਓਡਿਕ ਮੋਸ਼ਨ ਐਂਡ ਸੈਕੰਡ ਇਜ਼ ਦੀ ਨਾਨ ਪੀਰੀਓਡਿਕ ਮੋਸ਼ਨ। ਪੀਰੀਓਡਿਕ ਮੋਸ਼ਨ ਨੂੰ ਅੱਗੋਂ ਦੋ ਭਾਗਾਂ 'ਚ ਵੰਡਿਆ ਜਾ ਸਕਦਾ ਹੈ, ਔਸੀਲੇਟਰੀ ਐਂਡ ਦੀ ਨਾਨ ਔਸੀਲੇਟਰੀ। Again, oscillatory motion is of two types, SHM and non-SHM. ਆਪਾਂ study ਕਰਨਾ ਹੈ simple harmonic motion, so we should have the knowledge of oscillatory motion and the periodic motion. ਠੀਕ ਹੈ ਜੀ, and the terms related with them. So ਆਪਾਂ ਪਹਿਲਾਂ ਇਹਦੇ ਨਾਲ related terms ਜਿਵੇਂ time period ਹੋ ਗਿਆ, frequency ਹੋ ਗਿਆ, phase ਹੋ ਗਿਆ, ਠੀਕ ਹੈ ਜੀ, ਇਹਨਾਂ ਬਾਰੇ ਡਿਸਕਸ ਕਰਾਂਗੇ। ਉਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਪੀਰੀਓਡਿਕ ਐਂਡ ਔਸੀਲੇਟਰੀ ਮੋਸ਼ਨ ਬਾਰੇ। ਠੀਕ ਹੈ ਜੀ, ਲਓ ਵਟ ਇਜ਼ ਟਾਈਮ ਪੀਰੀਅਡ। ਦੇਖੋ ਬੇਟੇ, ਜਿਵੇਂ ਕਲਾਸਾਂ ਦੇ ਵਿੱਚ, ਸਕੂਲ ਦੇ ਵਿੱਚ ਆਪਾਂ ਕਹਿੰਦੇ ਫਸਟ ਪੀਰੀਅਡ, ਸੈਕੰਡ ਪੀਰੀਅਡ, ਥਰਡ ਪੀਰੀਅਡ, 45 ਮਿੰਟ ਦੇ ਜਿਹੜੇ ਆਪਣੇ ਕੋਲ ਪੀਰੀਅਡ ਲੱਗਦੇ ਆ, ਦਾ ਮਤਲਬ ਇੱਕ ਖਾਸ ਨਿਸ਼ਚਿਤ ਸਮਾਂ ਹੁੰਦਾ ਪੀਰੀਅਡ ਦਾ ਮਤਲਬ। ਠੀਕ ਹੈ ਜੀ, ਬਟ ਅਸੀਂ ਗੱਲ ਕਰ ਰਹੇ ਹਾਂ ਮੋਸ਼ਨ ਦੀ। ਇਨ ਜਨਰਲ ਜੇ ਅਸੀਂ ਗੱਲ ਕਰੀਏ, ਲੈਟ ਅਸ ਟੇਕ ਅ ਸਾਈਨੋਸੋਡੀਅਲ ਵੇਵ। ਸਾਈਨ ਤੇ ਕੋਸਾਈਨ ਦੀ ਜਿਹੜੀ ਵੇਵ ਹੈ ਨਾ ਬੇਟੇ, ਉਹ ਇਸ ਤਰ੍ਹਾਂ ਦੀ ਹੁੰਦੀ। ਸਾਈਨ ਦੀ ਵੇਵ ਫੰਕਸ਼ਨ ਇਸ ਤਰ੍ਹਾਂ ਦੀ ਹੈ। ਠੀਕ ਹੈ ਜੀ, ਇਹਨੂੰ ਆਪਾਂ ਪੋਜ਼ਿਟਿਵ ਹਾਫ ਸਾਈਕਲ ਕਹਿੰਦੇ, ਇਹਨੂੰ ਨੈਗੇਟਿਵ ਹਾਫ ਸਾਈਕਲ ਕਹਿੰਦੇ ਆ। ਜਦੋਂ ਦੋਵੇਂ ਹਾਫ ਸਾਈਕਲ ਆਪਣੇ ਕੋਲੇ ਕੰਪਲੀਟ ਹੋ ਜਾਂਦੇ ਤਾਂ ਉਹਨੂੰ ਕੰਪਲੀਟ ਕਰਨ ਦੇ ਵਿੱਚ ਜਿੰਨਾ ਟੋਟਲ ਸਮਾਂ ਲੱਗਦਾ ਉਸ ਸਮੇਂ ਨੂੰ ਆਪਾਂ ਕੀ ਕਹਿੰਦੇ ਆ, ਟਾਈਮ ਪੀਰੀਅਡ। ਠੀਕ ਹੈ ਜੀ, ਆਫ ਦੈਟ ਫੰਕਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ? ਜਿਵੇਂ ਆਪਾਂ ਸੈਕਿੰਡ ਐਗਜ਼ਾਮਪਲ ਲਈਏ ਪੈਂਡੂਲਮ ਦੀ। ਪੈਂਡੂਲਮ ਨੂੰ ਆਪਾਂ ਉਹਦੀ ਐਕਸਟ੍ਰੀਮ ਪੋਜੀਸ਼ਨ ਤੇ ਲੈ ਕੇ ਗਏ, ਦਿਸ ਇਜ਼ ਦੀ ਮੀਨ ਪੋਜੀਸ਼ਨ। ਇਹ ਵੀ ਆਪਣੇ ਕੋਲੇ ਕੀ ਹੈ, ਐਕਸਟ੍ਰੀਮ ਪੋਜੀਸ਼ਨ। ਇੱਕ ਐਕਸਟ੍ਰੀਮ ਪੋਜੀਸ਼ਨ ਤੋਂ ਜਦੋਂ ਅਸੀਂ ਪੈਂਡੂਲਮ ਨੂੰ ਮੂਵ ਕੀਤਾ, ਦੁਬਾਰਾ ਫਿਰ ਉਸੇ ਐਕਸਟ੍ਰੀਮ ਪੋਜੀਸ਼ਨ ਤੱਕ ਆਉਣ ਲਈ ਜਿੰਨਾ ਸਮਾਂ ਉਹਨੂੰ ਆਪਣੇ ਕੋਲ ਲੱਗਿਆ, ਉਹਨੂੰ ਆਪਾਂ ਕੀ ਕਹਿੰਦੇ ਆ, ਟਾਈਮ ਪੀਰੀਅਡ ਆਫ ਦੀ ਪੈਂਡੂਲਮ। ਠੀਕ ਹੈ ਜੀ, ਜੇ ਆਪਾਂ ਐਟਮ ਦੀ ਗੱਲ ਕਰੀਏ, ਐਟਮ ਵੀ ਆਪਦੀ ਮੀਨ ਪੋਜੀਸ਼ਨ ਦੇ ਦੁਆਲੇ ਕੀ ਕਰਦੇ ਆ ਬੇਟੇ, ਵਾਈਬਰੇਟ ਕਰਦੇ ਆ। ਠੀਕ ਹੈ ਜੀ, ਜਿਸ ਪੁਆਇੰਟ ਦੇ ਉੱਪਰੋਂ ਐਟਮ ਨੇ ਵਾਈਬਰੇਸ਼ਨ ਸ਼ੁਰੂ ਕੀਤੀ, ਡਾਊਨਵਰਡ ਗਿਆ, ਫਿਰ ਸੈਕਿੰਡ ਪਾਰਟ ਦੇ ਵਿੱਚ ਐਕਸਟ੍ਰੀਮ ਐਂਡ ਤੇ ਗਿਆ, ਤੇ ਫਿਰ ਜਿਹੜੇ ਪੁਆਇੰਟ ਤੋਂ ਸਟਾਰਟ ਕੀਤਾ ਉੱਥੇ ਦੁਬਾਰਾ ਵਾਪਿਸ ਆਇਆ, ਤਾਂ ਆਪਾਂ ਕਹਾਂਗੇ ਵਨ ਵਾਈਬਰੇਸ਼ਨ ਹੈ ਜਿਹੜੀ ਉਹਨੇ ਕੰਪਲੀਟ ਕਰ ਲਈ ਹੈ। ਠੀਕ ਹੈ ਜੀ, ਤਾਂ ਵਨ ਵਾਈਬਰੇਸ਼ਨ ਕੰਪਲੀਟ ਕਰਨ ਲਈ ਉਹਨੂੰ ਜਿੰਨਾ ਸਮਾਂ ਲੱਗਿਆ ਉਹਨੂੰ ਆਪਾਂ ਕਹਿੰਦੇ ਕੈਪੀਟਲ T ਟਾਈਮ ਪੀਰੀਅਡ। ਸੋ ਆਪਾਂ ਸਮਝ ਗਏ ਹਾਂ ਟਾਈਮ ਪੀਰੀਅਡ ਦਾ ਮਤਲਬ। ਟਾਈਮ ਪੀਰੀਅਡ ਕੀ ਹੈ, ਟੋਟਲ ਟਾਈਮ ਟੇਕਨ ਟੂ ਕੰਪਲੀਟ ਦੀ ਵਨ ਸਾਈਕਲ। ਇਸ ਕੇਸ 'ਚ ਆਪਾਂ ਸਾਈਕਲ ਕਿਹਾ ਸੀਗਾ, ਇਸ ਕੇਸ 'ਚ ਔਸੀਲੇਸ਼ਨ, ਇੱਥੇ ਆਪਾਂ ਕੀ ਕਿਹਾ ਸੀਗਾ, ਵਾਈਬਰੇਸ਼ਨ। ਵਾਈਬਰੇਸ਼ਨ ਐਂਡ ਔਸੀਲੇਸ਼ਨ ਆਰ ਰਿਲੇਟਡ ਵਿਦ ਈਚ ਅਦਰ। ਥੋੜ੍ਹਾ ਜਿਹਾ ਫਰਕ ਹੈ, ਆਪਾਂ ਇੰਟਰਚੇਂਜੇਬਲੀ ਦੋਵਾਂ ਦੀਆਂ ਵੈਲਿਊਜ਼ ਯੂਜ਼ ਕਰ ਲੈਂਦੇ ਐਂਡ ਇਟ ਇਜ਼ ਨੋਟਡ ਬਾਈ ਕੈਪੀਟਲ T। ਸਮੋਲ ਟੀ ਹੈ ਉਹ ਐਨੀ ਟਾਈਮ ਹੈ। ਕੈਪੀਟਲ T ਦਾ ਮਤਲਬ ਇੱਕ ਸਾਈਕਲ ਕੰਪਲੀਟ ਕਰਨ ਦੇ ਵਿੱਚ ਜਿਹੜਾ ਉਹਨੂੰ ਸਮਾਂ ਲੱਗਦਾ, ਉਹਨੂੰ ਆਪਾਂ ਕੀ ਕਹਿੰਦੇ ਬੇਟੇ, ਟਾਈਮ ਪੀਰੀਅਡ। ਨੈਕਸਟ ਦੇਖੋ, ਵਟ ਇਜ਼ ਫਰੀਕੁਐਂਸੀ। ਦੇਖੋ ਬੇਟੇ, ਫਰੀਕੁਐਂਸੀ ਦਾ ਮਤਲਬ ਕੀ ਹੈ? ਫਰੀਕੁਐਂਸੀ ਦਾ ਮਤਲਬ ਹੈ ਕੋਈ ਚੀਜ਼ ਵਾਰ-ਵਾਰ ਹੋ ਰਹੀ ਹੈ ਤੇ ਉਹ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਕਿੰਨੀ ਵਾਰ ਦੁਬਾਰਾ ਆਪਦੇ ਆਪ ਨੂੰ ਉਹਨੇ ਰਿਪੀਟ ਕੀਤਾ, ਤਾਂ ਉਸ ਟਰਮ ਨੂੰ ਆਪਾਂ ਕੀ ਕਹਿੰਦੇ, ਫਰੀਕੁਐਂਸੀ। ਠੀਕ ਹੈ ਜੀ, ਜਿਵੇਂ ਆਪਾਂ ਐਗਜ਼ਾਮਪਲ ਲਈਏ, ਲੈਟ ਅਸ ਟੇਕ ਅ ਬੋਡੀ ਇਜ਼ ਮੂਵਿੰਗ ਇਨ ਏ ਸਰਕਲ। ਠੀਕ ਹੈ ਜੀ, ਕੋਈ ਬੋਡੀ ਸਰਕੂਲਰ ਮੋਸ਼ਨ ਦੇ ਵਿੱਚ ਹੈ, ਮੰਨ ਲਓ ਉਹ A ਪੁਆਇੰਟ ਤੋਂ ਮੂਵ ਕਰਨਾ ਸ਼ੁਰੂ ਕੀਤਾ ਤੇ ਦੁਬਾਰਾ ਫਿਰ ਉਹ ਇੱਕ ਖਾਸ ਸਮੇਂ ਬਾਅਦ ਕੀ A ਪੁਆਇੰਟ ਦੇ ਉੱਪਰ ਵਾਪਿਸ ਆ ਗਈ, ਤਾਂ ਆਪਾਂ ਕਹਾਂਗੇ ਉਹਦਾ ਵਨ ਸਾਈਕਲ ਕੀ ਹੋ ਗਿਆ ਬੇਟੇ, ਕੰਪਲੀਟ ਹੋ ਗਿਆ। ਜਿੰਨੇ ਸਮੇਂ ਦੇ ਵਿੱਚ ਉਹਨੇ ਵਨ ਸਾਈਕਲ ਕੰਪਲੀਟ ਕੀਤਾ ਉਹਨੂੰ ਆਪਾਂ ਕੀ ਕਿਹਾ ਸੀ, ਹੁੰਦਾ ਟਾਈਮ ਪੀਰੀਅਡ, ਕੈਪੀਟਲ T ਨਾਲ ਡਿਨੋਟ ਕੀਤਾ ਸੀ। ਸੋ ਫਰੀਕੁਐਂਸੀ ਆਪਣੇ ਕੋਲ ਕੀ ਹੋਈ ਬੇਟੇ, ਟੋਟਲ ਸਾਈਕਲਸ ਕੰਪਲੀਟਿਡ ਡਿਵਾਈਡ ਬਾਏ ਟੋਟਲ ਟਾਈਮ ਟੇਕਨ, ਡਿਵਾਈਡ ਬਾਏ ਟੋਟਲ ਟਾਈਮ ਟੇਕਨ। ਠੀਕ ਹੈ ਜੀ, ਜੇਕਰ ਆਪਾਂ ਕਹੀਏ ਵੀ ਬੋਡੀ ਨੇ 5 ਸਾਈਕਲ ਕੰਪਲੀਟ ਕਰ ਲਏ ਹੈ,
10 ਸੈਕਿੰਡ ਦੇ ਵਿੱਚ। ਠੀਕ ਹੈ ਜੀ, ਤੇ ਆਪਾਂ ਇਹਨੂੰ ਡਿਵਾਈਡ ਕੀਤਾ ਤਾਂ 1/2 ਸਾਈਕਲ ਪਰ ਸੈਕਿੰਡ ਆ ਗਿਆ ਆਪਣੇ ਕੋਲੇ। ਇਹਦਾ ਮਤਲਬ ਉਹਦੀ ਫ੍ਰੀਕੁਐਂਸੀ ਕੀ ਹੈ, ਉਹ 1 ਸੈਕਿੰਡ ਦੇ ਵਿੱਚ ਅੱਧਾ ਸਾਈਕਲ ਕੰਪਲੀਟ ਕਰਦੀ ਹੈ। ਠੀਕ ਹੈ ਜੀ, ਕੈਲਕੂਲੇਸ਼ਨ ਨੂੰ ਆਸਾਨ ਕਰਨ ਦੇ ਲਈ ਜਿਹੜਾ ਟੋਟਲ ਟਾਈਮ ਆਪਾਂ ਨੀਚੇ ਲਿਖਿਆ ਹੈ, ਇੱਥੇ ਅਸੀਂ ਕੀ ਲਿਖਣ ਲੱਗ ਗਏ ਵੀ 1 ਸੈਕਿੰਡ ਦੇ ਵਿੱਚ ਉਹ ਕਿੰਨੀਆਂ ਸਾਈਕਲਸ ਨੂੰ ਕੰਪਲੀਟ ਕਰਦੀ ਹੈ। ਸੋ ਆਪਾਂ ਕਹਿ ਸਕਦੇ ਹਾਂ ਵੀ ਫ੍ਰੀਕੁਐਂਸੀ ਕੀ ਹੈ, ਟੋਟਲ ਨੰਬਰ ਆਫ ਸਾਈਕਲਸ ਕੰਪਲੀਟਡ ਪਰ ਸੈਕਿੰਡ, ਐਂਡ ਇਟ ਇਜ਼ ਡਿਨੋਟਡ ਬਾय ਨਿਊ ਔਰ ਐਫ। ਲੀਨੀਅਰ ਦੇ ਕੇਸ ਦੇ ਵਿੱਚ ਜੇਕਰ ਬਾਡੀ ਸਰਕਲ ਦੇ ਵਿੱਚ ਮੂਵ ਕਰ ਰਹੀ ਹੈ ਤਾਂ ਐਂਗੂਲਰ ਫ੍ਰੀਕੁਐਂਸੀ ਆਪਾਂ ਡਿਨੋਟ ਕਰਦੇ ਹਾਂ ਓਮੇਗਾ ਨਾਲ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸੋ ਓਮੇਗਾ ਆਪਣੇ ਕੋਲ ਕਹਿੰਦੇ ਬਰਾਬਰ ਹੁੰਦਾ ਹੈ, ਉਹ ਹੁੰਦਾ ਐਂਗੂਲਰ ਡਿਸਪਲੇਸਮੈਂਟ ਬਾਏ ਟਾਈਮ। ਐਂਗੂਲਰ ਡਿਸਪਲੇਸਮੈਂਟ ਇਜ਼ ਡਿਨੋਟਡ ਬਾਏ ਥੀਟਾ। ਬਾਡੀ ਇਸ ਸਾਈਡ ਤੇ ਮੂਵ ਕਰ ਰਹੀ ਹੈ ਤਾਂ ਕਿੰਨਾ ਡਿਸਟੈਂਸ ਹੈ ਜਿਹੜਾ ਉਹ ਕਵਰ ਕਰ ਰਹੀ ਹੈ। ਦੇਖੋ ਇਸ ਪੁਆਇੰਟ ਤੇ ਆਇਆ ਤਾਂ ਥੀਟਾ ਆਪਣੇ ਕੋਲ 90 ਡਿਗਰੀ ਹੋ ਗਿਆ। ਠੀਕ ਹੈ ਜੀ, ਇੱਥੇ ਆਪਣੇ ਕੋਲ 180 ਡਿਗਰੀ ਹੋ ਗਿਆ, ਇੱਥੇ 270 ਤੇ ਇੱਥੇ ਆਪਣੇ ਕੋਲ 360। ਆਪਾਂ 4 90 ਦੇ ਕੁਆਡਰੈਂਟ ਦੇ ਵਿੱਚ ਇਹਨੂੰ ਕੀ ਕਰ ਲਿਆ, ਡਿਵਾਈਡ ਕਰ ਲਿਆ। ਇਹਦਾ ਮਤਲਬ ਬਾਡੀ ਜਦੋਂ ਏ ਤੋਂ ਮੂਵ ਕਰਕੇ ਦੁਬਾਰਾ ਫਿਰ ਏ ਤੇ ਕੰਪਲੀਟ ਆਈ ਹੈ ਤਾਂ 90 + 90 + 90 + 90। ਠੀਕ ਹੈ ਜੀ, ਇਹਦਾ ਮਤਲਬ ਕਿੰਨਾ ਡਿਸਟੈਂਸ ਹੈ ਉਹ ਇਨ ਟਰਮਸ ਆਫ ਐਂਗਲ ਕੈਲਕੂਲੇਟ ਕਰ ਗਈ 360 ਡਿਗਰੀ। ਤੇ ਰੇਡੀਐਂਟ ਦੀ ਫਾਰਮ 'ਚ ਕਿੰਨਾ ਲਿਖਦੇ ਹਾਂ ਆਪਾਂ 2π, ਕਿਉਂਕਿ ਪਾਈ ਦੀ ਵੈਲਿਊ ਹੁੰਦੀ ਹੈ 180 ਡਿਗਰੀ। ਸੋ ਓਮੇਗਾ ਆਪਣੇ ਕੋਲ ਕਹਿੰਦੇ ਬਰਾਬਰ ਆ ਗਿਆ ਬੇਟੇ 2π/T। ਕੈਪੀਟਲ ਟੀ ਕਿਉਂ ਲਿਖਿਆ ਬੇਟੇ? ਕਿਉਂਕਿ ਇੱਕ ਸਾਈਕਲ ਕੰਪਲੀਟ ਕਰ ਗਈ, ਤੇ ਇੱਕ ਸਾਈਕਲ ਕੰਪਲੀਟ ਕਰਨ ਦੇ ਵਿੱਚ ਜਿਹੜਾ ਉਹਨੂੰ ਸਮਾਂ ਲੱਗਦਾ ਉਹਨੂੰ ਅਸੀਂ ਕਹਿੰਦੇ ਟਾਈਮ ਪੀਰੀਅਡ, ਜਿਹਨੂੰ ਅਸੀਂ ਕਹਿੰਦੇ ਨਾਲ ਡਿਨੋਟ ਕਰਦੇ ਹਾਂ ਕੈਪੀਟਲ ਟੀ ਨਾਲ। ਸੋ ਓਮੇਗਾ ਆਪਣੇ ਕੋਲ ਕਹਿੰਦੇ ਬਰਾਬਰ ਹੁੰਦਾ ਬੇਟੇ 2π/T, ਤੇ 1/T ਨੂੰ ਆਪਾਂ ਕਹਿ ਦਿੰਦੇ ਹਾਂ ਫ੍ਰੀਕੁਐਂਸੀ। ਐਫ ਨਾਲ ਵੀ ਆਪਾਂ ਡਿਨੋਟ ਕਰ ਦਿੰਦੇ ਹਾਂ ਲੀਨੀਅਰ ਦੇ ਨਾਲ। ਦੋਵਾਂ ਦਾ ਰਿਲੇਸ਼ਨ ਕੈਲਕੂਲੇਟ ਕਰਨਾ ਹੋਵੇ ਤਾਂ ਓਮੇਗਾ ਇਜ਼ ਇਕੁਅਲ ਟੂ, ਇੱਥੇ ਆਪਾਂ ਵੈਲਿਊ ਪੁੱਟ ਕਰੀਏ 2π × 1/T ਲਿਖ ਸਕਦੇ ਹਾਂ। 1/T ਨੂੰ ਆਪਾਂ ਕੀ ਪੁੱਟ ਕਰ ਦਈਏ ਐਫ, ਤਾਂ ਓਮੇਗਾ ਦੀ ਵੈਲਿਊ ਕੀ ਆ ਗਈ 2πf। ਸੋ ਫ੍ਰੀਕੁਐਂਸੀ ਦਾ ਮਤਲਬ ਕਿੰਨੇ ਸਾਈਕਲ ਹੈ ਜਿਹੜੇ ਉਹ 1 ਸੈਕਿੰਡ ਦੇ ਵਿੱਚ ਕੰਪਲੀਟ ਕਰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਆ ਫ੍ਰੀਕੁਐਂਸੀ। ਜਿੰਨੀ ਜ਼ਿਆਦਾ ਕੋਈ ਬਾਡੀ ਤੇਜ਼ ਰੋਟੇਟ ਕਰ ਰਹੀ ਹੈ ਇਹਦਾ ਮਤਲਬ ਉਹਦੀ ਫ੍ਰੀਕੁਐਂਸੀ ਉਨੀ ਜ਼ਿਆਦਾ ਹੋਏਗੀ। ਜਿੰਨਾ ਕੋਈ ਚੀਜ਼ ਹੌਲੀ ਰੋਟੇਟ ਕਰ ਰਹੀ ਹੈ ਜਾਂ ਰਿਵੋਲਵ ਕਰ ਰਹੀ ਹੈ ਉਨੀ ਉਹਦੀ ਫ੍ਰੀਕੁਐਂਸੀ ਕੀ ਹੋਏਗੀ, ਘੱਟ ਹੋਏਗੀ। ਨੈਕਸਟ ਟਰਮ ਵੇਖੋ, ਵਟ ਇਜ਼ ਫੇਸ? ਫੇਸ ਮੀਨਸ ਐਂਗਲ। ਠੀਕ ਹੈ ਜੀ, ਦੇਖੋ ਆਪਾਂ ਹੁਣੇ ਗੱਲ ਕੀਤੀ ਹੈ ਵੀ ਇਹ ਟਰਮ ਆਪਣੇ ਕੋਲ ਕੀ ਸੀਗੀ, ਇੱਕ ਐਂਗਲ ਨਾਲ ਡਿਨੋਟ ਕੀਤਾ ਸੀ ਨਾ ਆਪਾਂ ਥੀਟਾ ਨਾਲ, ਤੇ ਆਪਾਂ ਲਿਖਿਆ ਸੀ ਓਮੇਗਾ ਇਜ਼ ਇਕੁਅਲ ਟੂ θ/T। ਇਹਦਾ ਮਤਲਬ ਐਂਗਲ ਕਹਿੰਦੇ ਬਰਾਬਰ ਹੁੰਦਾ ਹੈ, ਇਹਨੂੰ ਫ੍ਰੀਕੁਐਂਸੀ ਇੰਟੂ ਟਾਈਮ ਦੀ ਪ੍ਰੋਡਕਟ ਦੇ ਫਾਰਮ 'ਚ ਲਿਖ ਸਕਦੇ ਹਾਂ। ਇਸ ਐਂਗਲ ਨੂੰ ਹੀ ਅਸੀਂ ਕੀ ਕਹਿੰਦੇ ਹਾਂ, ਫੇਸ। ਇਹ ਐਂਗਲ ਦੇਖੋ ਬੇਟੇ, ਜੇਕਰ ਬਾਡੀ ਇਸ ਪੁਆਇੰਟ ਤੇ ਹੈ ਤਾਂ ਐਂਗਲ 0 ਹੈ, ਜੇ ਇਸ ਪੁਆਇੰਟ ਤੇ ਹੈ ਤਾਂ ਐਂਗਲ ਦੀ ਵੈਲਿਊ ਥੀਟਾ ਹੋ ਗਈ। ਜੇਕਰ ਬਾਡੀ ਮੂਵ ਕਰਕੇ ਇਸ ਪੁਆਇੰਟ ਦੇ ਉੱਪਰ ਆ ਗਈ ਤਾਂ ਥੀਟਾ ਦੀ ਵੈਲਿਊ ਕਿੰਨੀ ਹੋ ਗਈ, 90 ਹੋ ਗਈ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਇਹਦਾ ਮਤਲਬ ਐਂਗਲ ਆਪਣੇ ਕੋਲ ਕੀ ਦੱਸ ਰਿਹਾ, ਉਹ ਦੱਸ ਰਿਹਾ ਬਾਡੀ ਦੀ ਪੋਜੀਸ਼ਨ ਤੇ ਬਾਡੀ ਦੀ ਡਾਇਰੈਕਸ਼ਨ। ਦੇਖੋ ਇੱਧਰ ਬਾਡੀ ਦੀ ਡਾਇਰੈਕਸ਼ਨ ਹੈ, ਇੱਧਰ ਸੀ ਇੱਧਰ ਬਾਡੀ ਦੀ ਡਾਇਰੈਕਸ਼ਨ ਹੈ। ਇਹਦਾ ਮਤਲਬ ਜਿਹੜਾ ਇਹ ਫੇਸ ਹੈ ਨਾ, ਜਿਹਨੂੰ ਅਸੀਂ ਐਂਗਲ ਕਹਿ ਰਹੇ ਹਾਂ, ਇਹ ਕੀ ਦੱਸਦਾ ਬਾਡੀ ਦੀ ਐਟ ਏ ਗਿਵਨ ਟਾਈਮ ਦੇ ਉੱਪਰ ਬਾਡੀ ਦੀ ਪੋਜੀਸ਼ਨ ਦੱਸਦਾ ਤੇ ਉਹਦੀ ਡਾਇਰੈਕਸ਼ਨ ਦੱਸਦਾ। ਠੀਕ ਹੈ ਜੀ, ਸੋ ਆਪਣੇ ਕੋਲ ਕੀ ਦੱਸਦਾ ਹੈਗਾ, ਡਾਇਰੈਕਸ਼ਨ ਐਂਡ ਦੀ ਪੋਜੀਸ਼ਨ ਆਫ ਏ ਬਾਡੀ ਐਟ ਐਨੀ ਟਾਈਮ ਟੀ। ਸੋ ਫੇਸ ਆਪਣੇ ਕੋਲ ਕੀ ਸਟੇਟ ਆਫ ਦੀ ਬਾਡੀ ਨੂੰ ਦੱਸਦਾ। ਸ਼ਾਰਟ ਟਰਮ ਦੇ ਵਿੱਚ ਆਪਾਂ ਆਹ ਦੋਵੇਂ ਟਰਮ ਨੂੰ ਆਪਾਂ ਇੱਕ ਟਰਮ ਨਾਲ ਲਿਖਣਾ ਹੋਵੇ ਤਾਂ ਆਪਾਂ ਉਹਨੂੰ ਕੀ ਕਹਿੰਦੇ ਆ, ਸਟੇਟ ਆਫ ਬਾਡੀ। ਠੀਕ ਹੈ ਜੀ, ਫੇਸ ਡਿਫਰੈਂਸ। ਫੇਸ ਡਿਫਰੈਂਸ ਦਾ ਮਤਲਬ ਕੀ ਹੈ ਵੀ ਜੇਕਰ ਦੋ ਜਾਂ ਦੋ ਤੋਂ ਜ਼ਿਆਦਾ ਬਾਡੀਜ਼ ਮੂਵ ਕਰ ਰਹੀਆਂ ਤਾਂ ਉਹਨਾਂ ਦੇ ਵਿੱਚੋਂ ਕਿਹੜੀ ਬਾਡੀ ਅੱਗੇ ਹੈ ਜਾਂ ਕਿਹੜੀ ਬਾਡੀ ਪਿੱਛੇ ਹੈ, ਉਹਨੂੰ ਆਪਾਂ ਕਿਵੇਂ ਡਿਨੋਟ ਕਰਾਂਗੇ, ਫੇਸ ਨਾਲ। ਠੀਕ ਹੈ ਜੀ, ਮੰਨ ਲਓ ਇੱਕ ਬਾਡੀ ਆਪਣੇ ਕੋਲ, ਮੰਨ ਲਓ ਆਪਾਂ ਏ ਪੁਆਇੰਟ ਤੇ ਸਟਾਰਟ ਕੀਤੀ ਹੈ, ਦੂਸਰੀ ਬਾਡੀ ਨੇ ਰੋਟੇਸ਼ਨ ਬੀ ਪੁਆਇੰਟ ਤੋਂ ਸਟਾਰਟ ਕੀਤੀ ਹੈ, ਜਾਂ ਐਟ ਐਨੀ ਟਾਈਮ ਆਹ ਬਾਡੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ 'ਚ ਮੂਵ ਕਰ ਰਹੀ, ਬੀ ਅੱਗੇ ਹੈ ਏ ਨਾਲੋਂ, ਕਿੰਨਾ ਐਂਗਲ ਅੱਗੇ ਹੈ, ਉਹ 90 ਡਿਗਰੀ ਉਹਦੇ ਨਾਲੋਂ ਅੱਗੇ ਹੈ ਨਾ। ਜੇਕਰ ਅਸੀਂ ਏ ਪੁਆਇੰਟ ਦੀ ਇਕੁਏਸ਼ਨ ਨੂੰ ਇਹ ਲਿਖੀਏ ਐਕਸ ਇਜ਼ ਇਕੁਅਲ ਟੂ ਆਰ ਸਾਈਨ ਥੀਟਾ, ਥੀਟਾ ਨੂੰ ਆਪਾਂ ਕੀ ਲਿਖਦੇ ਹਾਂ, ਓਮੇਗਾ ਟੀ। ਠੀਕ ਹੈ ਜੀ, ਤਾਂ ਬੀ ਦੀ ਇਕੁਏਸ਼ਨ ਆਪਣੇ ਕੋਲ ਕੀ ਆਏਗੀ, ਉਹ ਆਏਗੀ ਆਰ ਸਾਈਨ ਓਮੇਗਾ ਟੀ ਪਲੱਸ π/2। π/2 ਦਾ ਮਤਲਬ 90, ਕਿਉਂਕਿ ਬਾਡੀ ਬੀ 90 ਉਹਦੇ ਤੋਂ ਜ਼ਿਆਦਾ ਹੈ। ਆਹ ਟਰਮ ਨੂੰ ਆਪਾਂ ਕੀ ਕਿਹਾ, ਫੇਸ। ਆਹ ਟਰਮ ਵੀ ਆਪਾਂ ਨੂੰ ਕਿਹਾ ਫੇਸ। ਦੋਵਾਂ ਦੇ ਫੇਸ ਦੇ ਵਿੱਚ ਡਿਫਰੈਂਸ ਕਿੰਨਾ ਹੈ, π/2 ਦਾ।
ਸੋ ਫੇਸ ਡਿਫਰੈਂਸ ਜੇ ਆਪਣੇ ਕੋਲ ਪੋਜ਼ਿਟਿਵ ਆਉਂਦਾ ਤਾਂ ਬਾਡੀ ਆਪਣੇ ਕੋਲ ਕੀ ਹੈ, ਜਿਹੜੀ ਬਾਡੀ ਦਾ ਜ਼ਿਆਦਾ ਹੈ ਉਹ ਅੱਗੇ ਹੈ। ਜੇਕਰ ਇਹੀ ਫੇਸ ਆਪਣੇ ਕੋਲ ਹੁੰਦਾ x ਆਫ b ਹੁੰਦਾ ਆਪਣੇ ਕੋਲ r ਸਾਈਨ ਓਮੇਗਾ ਟੀ -π/2 ਹੁੰਦਾ, ਇਹਦਾ ਮਤਲਬ b ਬਾਡੀ ਨੇ ਕੀ ਹੋਣਾ ਸੀ, a ਨਾਲੋਂ ਪਿੱਛੇ ਹੋਣਾ ਸੀ, ਤੇ ਉਹਦੀ ਪੋਜੀਸ਼ਨ ਕਿਹੜੀ ਬਣਨੀ ਸੀਗੀ, ਆ ਬਣਨੀ ਸੀ, ਮੂਵ ਕਰਨਾ ਸੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ 'ਚ, ਕਿਉਂਕਿ ਅਸੀਂ ਲਈ ਇਹ ਗੱਲ। ਇਹਦਾ ਮਤਲਬ ਫੇਸ ਆਪਣੇ ਕੋਲ ਕੀ ਦੱਸਦਾ ਬੇਟੇ, ਡਾਇਰੈਕਸ਼ਨ ਐਂਡ ਦੀ ਪੋਜੀਸ਼ਨ ਆਫ ਦੀ ਬਾਡੀ। ਤੇ ਦੋ ਬਾਡੀਜ਼ ਨੂੰ ਕੰਪੇਅਰ ਕਰਨਾ ਤਾਂ ਆਪਾਂ ਕੀ ਲੈਂਦੇ ਉਹਨਾਂ ਦੇ ਵਿਚਕਾਰ, ਫੇਸ ਡਿਫਰੈਂਸ। ਇਟ ਇਜ਼ ਨੋਟਡ ਬਾय ਥੀਟਾ। ਥੀਟਾ ਕੀ ਹੁੰਦਾ, ਓਮੇਗਾ ਟੀ, ਜਾਂ ਸਮ ਟਾਈਮ ਆਪਾਂ ਇਹਨੂੰ ਫਾਈ ਨਾਲ ਵੀ ਡਿਨੋਟ ਕਰ ਦਿੰਦੇ ਹਾਂ। ਕਲੀਅਰ ਹੈ ਜੀ। ਨੈਕਸਟ ਟਰਮ ਦੇਖੋ ਹੁਣ, ਨੈਕਸਟ ਟਰਮ ਆਪਣੇ ਕੋਲ ਕੀ ਹੈ, ਪੀਰੀਓਡਿਕ ਮੋਸ਼ਨ। ਪੀਰੀਓਡਿਕ ਦਾ ਮਤਲਬ ਕੀ ਹੈ ਬੇਟੇ, ਇੱਕ ਖਾਸ ਸਮਾਂ, ਪੀਰੀਅਡ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਨਿਸ਼ਚਿਤ, ਫਿਕਸਡ। ਇਹਦਾ ਮਤਲਬ ਜੇਕਰ ਕੋਈ ਮੋਸ਼ਨ ਆਪਦੇ ਆਪ ਨੂੰ ਇੱਕ ਖਾਸ ਫਿਕਸ ਸਮੇਂ ਬਾਅਦ ਕੀ ਕਰ ਰਿਹਾ, ਰਿਪੀਟ ਕਰ ਰਿਹਾ, ਤਾਂ ਮੋਸ਼ਨ ਨੂੰ ਆਪਾਂ ਕੀ ਕਵਾਂਗੇ, ਪੀਰੀਓਡਿਕ ਮੋਸ਼ਨ। ਸੋ ਦੀ ਮੋਸ਼ਨ ਦੈਟ ਰਿਪੀਟਸ ਇਟਸੈਲਫ ਆਫਟਰ ਅ ਰੈਗੂਲਰ ਇੰਟਰਵਲ ਆਫ ਟਾਈਮ ਇਜ਼ ਕਾਲਡ ਦੀ ਪੀਰੀਓਡਿਕ ਮੋਸ਼ਨ। ਠੀਕ ਹੈ ਜੀ। ਸੋ ਪੀਰੀਓਡਿਕ ਮੋਸ਼ਨ ਕੀ ਹੈ, ਉਹ ਵਾਲਾ ਮੋਸ਼ਨ ਜਿਹੜਾ ਇੱਕ ਖਾਸ ਸਮੇਂ ਬਾਅਦ ਆਪਦੇ ਆਪ ਨੂੰ ਕੀ ਕਰਦਾ, ਰਿਪੀਟ ਕਰਦਾ। ਜੇਕਰ ਕੋਈ ਡਰੈਗ ਜਾਂ ਫ੍ਰਿਕਸ਼ਨ ਪ੍ਰੈਜ਼ੈਂਟ ਨਹੀਂ ਹੈਗਾ ਤਾਂ ਮੋਸ਼ਨ ਆਪਣੇ ਕੋਲ ਕੀ ਹੋਊਗਾ, ਉਹ ਆਪਣੇ ਕੋਲ ਕੀ ਹੈ, ਅਨਡੈਮਡ ਹੋ ਜਾਊਗਾ, ਲਗਾਤਾਰ ਆਪਣੇ ਕੋਲ ਕੀ ਹੈ, ਚੱਲਦਾ ਰਹੂਗਾ, ਡਾਈ ਨਹੀਂ ਹੋਊਗਾ। ਠੀਕ ਹੈ ਜੀ। ਇਫ ਨੋ ਐਕਸਟਰਨਲ ਡਰੈਗ ਔਰ ਫ੍ਰਿਕਸ਼ਨ ਇਜ਼ ਪ੍ਰੈਜ਼ੈਂਟ ਦੈਨ ਮੋਸ਼ਨ ਆਪਣੇ ਕੋਲ ਕੀ ਹੋਊਗਾ, ਇੱਥੇ ਆਪਾਂ ਦੇਖੀਏ ਜੇਕਰ ਪ੍ਰੈਜ਼ੈਂਟ ਨਹੀਂ ਹੈਗਾ ਤਾਂ ਮੋਸ਼ਨ ਕੀ ਹੋਊਗਾ, ਅਨਡੈਮਡ। ਬਟ ਅਦਰਵਾਈਜ਼ ਦਾ ਮਤਲਬ ਇੱਥੇ ਵੀ ਜੇਕਰ ਪ੍ਰੈਜ਼ੈਂਟ ਹੈਗਾ ਤਾਂ ਮੋਸ਼ਨ ਕੀ ਹੋਊਗਾ, ਡੈਮਡ। ਕਹਿਣ ਦਾ ਮਤਲਬ ਹੌਲੀ ਹੌਲੀ ਉਹ ਮੋਸ਼ਨ ਕੀ ਹੋਊਗਾ, ਰੁਕ ਜਾਊਗਾ। ਜਿਵੇਂ ਆਪਾਂ ਇੱਕ ਪੀਂਗ ਨੂੰ ਚਲਾਉਣੇ ਆ ਸਵਿੰਗ, ਤਾਂ ਥੋੜੇ ਸਮੇਂ ਬਾਅਦ ਉਹ ਪੀਂਗ ਕੀ ਹੋ ਜਾਂਦੀ, ਰੁਕ ਜਾਂਦੀ, ਕਿਉਂਕਿ ਏਅਰ ਫ੍ਰਿਕਸ਼ਨ ਹੈਗਾ, ਰੈਜ਼ਿਸਟੈਂਸ ਹੈਗਾ ਆਪਣੇ ਕੋਲੇ। ਠੀਕ ਹੈ ਜੀ। ਜੇ ਨਹੀਂ ਹੈਗਾ ਤਾਂ ਲਗਾਤਾਰ ਚੱਲਦੀ ਰਹੂਗੀ। ਇਨ ਜਨਰਲ ਅਸੀਂ ਗੱਲ ਕਰੀਏ ਤਾਂ ਪੀਰੀਓਡਿਕ ਮੋਸ਼ਨ ਕੀ ਹੈ, ਉਹ ਵਾਲਾ ਮੋਸ਼ਨ ਜਿਹੜਾ ਇੱਕ ਖਾਸ ਸਮੇਂ ਬਾਅਦ ਆਪਦੇ ਆਪ ਨੂੰ ਕੀ ਕਰਦਾ, ਰਿਪੀਟ ਕਰਦਾ। ਜਿਵੇਂ ਆਪਾਂ ਐਗਜ਼ਾਮਪਲ ਲਈਏ, ਜਿਵੇਂ ਪੈਂਡੂਲਮ ਦੀ ਅਰਥ ਰਿਵੋਲਵ ਕਰਦੀ ਹੈ ਸਨ ਦੇ ਦੁਆਲੇ। ਠੀਕ ਹੈ ਜੀ। ਜਾਂ ਅਰਥ ਦੀ ਆਪਦੀ ਰੋਟੇਸ਼ਨ ਹੈ, ਜਿਵੇਂ ਆਪਣੇ ਕੋਲ ਕਿੰਨੀ ਹੁੰਦੀ, 24 ਆਰ ਆਪਦੇ ਧੁਰੇ ਦੁਆਲੇ, ਤੇ ਅਰਾਊਂਡ ਦੀ ਸਨ ਕੀ ਹੈ, 365 ਸਹੀ 1/4 ਦਿਨ, 365:1/4। ਇਹਦਾ ਮਤਲਬ ਇੱਕ ਖਾਸ ਨਿਸ਼ਚਿਤ ਸਮੇਂ ਹੈਗੇ ਆ। ਠੀਕ ਹੈ ਜੀ। ਜਿਵੇਂ ਇੱਥੇ ਆਪਾਂ ਇੱਕ ਐਗਜ਼ਾਮਪਲ ਲਈਏ, ਮੰਨ ਲਓ ਆਪਣੇ ਕੋਲ ਇੱਕ ਬॉय ਹੈ, ਮੰਨ ਲਓ ਜੰਪ ਕਰ ਰਿਹਾ, ਅਪਵਰਡ ਡਾਇਰੈਕਸ਼ਨ ਦੇ ਜਾਂਦਾ, ਆ ਡਿਸਪਲੇਸਮੈਂਟ ਸ਼ੋ ਕਰ ਰਹੇ ਆ ਬੇਟੇ ਆਪਾਂ। ਮੰਨ ਲਓ ਆ 2 ਮੀਟਰ ਅੱਪ ਗਿਆ, ਫਿਰ ਗਰਾਊਂਡ ਤੇ ਆਊਗਾ, 2 ਮੀਟਰ ਥੱਲੇ ਆ ਗਿਆ, ਫਿਰ 2 ਮੀਟਰ ਉੱਪਰ ਗਿਆ, ਫਿਰ 2 ਮੀਟਰ, ਲਗਾਤਾਰ ਉਹ ਕੀ ਕਰ ਰਿਹਾ, ਜੰਪਿੰਗ ਕਰ ਰਿਹਾ। ਠੀਕ ਹੈ ਜੀ। ਇੱਕ ਜੰਪਿੰਗ ਦੇ ਵਿਚਕਾਰ ਜਿੰਨਾ ਸਮਾਂ ਲੱਗਿਆ, ਸੈਕਿੰਡ ਤੇ ਵੀ ਓਨਾ ਹੀ, ਥਰਡ ਵੀ ਓਨਾ ਹੀ, ਦੋਵਾਂ ਦੇ ਵਿਚਕਾਰ ਜਿਹੜਾ ਟਾਈਮ ਹੈ ਨਾ, ਆ ਵੀ ਟੀ ਹੈ, ਆ ਵੀ ਟੀ ਹੈ, ਇਹਦਾ ਮਤਲਬ ਟੀ। ਆ ਮੋਸ਼ਨ ਆਪਦੇ ਆਪ ਨੂੰ ਕੀ ਕਰ ਰਿਹਾ, ਇੱਕ ਖਾਸ ਸਮੇਂ ਬਾਅਦ ਕੀ ਕਰ ਰਿਹਾ, ਰਿਪੀਟ ਕਰ ਰਿਹਾ ਨਾ, ਤੇ ਟੀ ਆਪਣੇ ਕੋਲ ਕੀ ਫਿਕਸਡ ਹੈ। ਇਹਦਾ ਮਤਲਬ ਇਹ ਕਹਿੰਦੀ ਐਗਜ਼ਾਮਪਲ ਹੋ ਗਈ ਆਪਣੇ ਕੋਲੇ, ਇਹ ਐਗਜ਼ਾਮਪਲ ਹੋ ਗਈ ਆਪਣੇ ਕੋਲੇ ਪੀਰੀਓਡਿਕ ਮੋਸ਼ਨ ਦੀ। ਕਲੀਅਰ ਹੋਇਆ ਕਿ ਨਹੀਂ ਹੋਇਆ। ਪੀਰੀਓਡਿਕ ਮੋਸ਼ਨ ਜਨਰਲ ਟਰਮ ਹੈ, ਕਹਿੰਦੇ ਵਾਸਤੇ ਲੱਗਦੀ ਹੈ ਵੀ ਕੋਈ ਬਾਡੀ ਕਿੰਨੇ ਸਮੇਂ ਬਾਅਦ ਆਪਦੇ ਆਪ ਨੂੰ ਰਿਪੀਟ ਕਰ ਰਹੀ ਹੈ। ਨੈਕਸਟ ਦੇਖੋ ਬੇਟੇ, ਜਿਹੜਾ ਅਸੀਂ ਇਸ ਚੈਪਟਰ ਦੇ ਵਿੱਚ ਜ਼ਿਆਦਾ ਡੀਲ ਕਰਨਾ, ਅਸੀਂ ਡੀਲ ਕਰਨਾ ਸਾਈਨੋਸੋਡੀਅਲ ਵੇਵ ਦੇ ਨਾਲ, ਸਾਈਨ ਤੇ ਕੋਸਾਈਨ ਫੰਕਸ਼ਨ ਦੇ ਨਾਲ ਆਪਾਂ ਡੀਲ ਕਰਨਾ। ਜਿਹੜਾ ਸਾਈਨ ਫੰਕਸ਼ਨ ਹੈ ਨਾ ਬੇਟੇ, ਇਹ 2π ਦਾ ਪੀਰੀਓਡਿਕ ਫੰਕਸ਼ਨ ਹੈ। ਠੀਕ ਹੈ ਜੀ। ਕਹਿਣ ਦਾ ਮਤਲਬ ਸਾਈਨ ਦਾ ਪੀਰੀਅਡ ਕੀ ਹੈ, 2π ਹੈ। ਇਹਦਾ ਮਤਲਬ ਜਿੰਨੀ ਵੀ ਵੈਲਿਊ ਇਹਦੀ ਥੀਟੇ ਦੀ ਹੋਊਗੀ ਨਾ, ਉਹ 2π ਬਾਅਦ ਆਪਦੀ ਵੈਲਿਊ ਨੂੰ ਕੀ ਕਰੂਗਾ, ਰਿਪੀਟ ਕਰੂਗਾ। ਦੇਖੋ ਇੱਥੇ ਵੈਲਿਊ 0 ਹੈ। ਠੀਕ ਹੈ, ਟਾਈਮ ਸਕੇਲ ਦੇ ਉੱਪਰ। ਇਹਦਾ ਮਤਲਬ ਇੱਥੋਂ ਮੋਸ਼ਨ ਸਟਾਰਟ ਹੋ ਰਿਹਾ, ਅਪਵਰਡ ਜਾਣਾ, ਇੱਥੇ ਆਪਣੇ ਕੋਲ ਕੀ ਹੋ ਗਿਆ, ਪਾਈ ਹੋ ਗਿਆ, ਇੱਥੇ ਹੋ ਗਿਆ 2π, ਇੱਥੇ ਵੀ ਮੋਸ਼ਨ ਦੁਬਾਰਾ ਕੀ ਹੋ ਰਿਹਾ, ਅਪਵਰਡ ਡਾਇਰੈਕਸ਼ਨ 'ਚ ਸਟਾਰਟ ਹੋ ਰਿਹਾ। ਇਹਦਾ ਮਤਲਬ ਜਿੰਨੀ ਵੈਲਿਊ 2π ਤੇ ਓਨੀ ਵੈਲਿਊ 0 ਤੇ। ਠੀਕ ਹੈ ਜੀ। ਅਸੀਂ ਉਹਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਜਿਵੇਂ π/2, 2π/2, 3π/2 ਤੇ 4π/2। ਕਹਿੰਦਾ ਮਤਲਬ ਇਹ ਆਪਣੇ ਕੋਲ ਕੀ ਸ਼ੋ ਕਰ ਰਿਹਾ ਹੈ ਵੀ ਜਿਹੜਾ ਸਾਈਨੋਸੋਡੀਅਲ ਵੇਵ ਫੰਕਸ਼ਨ ਹੈ ਬੇਟੇ, ਇਟ ਇਜ਼ ਏ ਪੀਰੀਓਡਿਕ ਫੰਕਸ਼ਨ ਆਫ 2π। ਇਨ ਜਨਰਲ ਜੇ ਅਸੀਂ ਯਾਦ ਰੱਖਣਾ ਹੋਵੇ, ਆਪਾਂ ਕਵਾਂਗੇ ਵੀ ਕਿਸੇ ਵੀ ਵੈਲਿਊ ਦੇ ਵਿੱਚ ਜੇ ਅਸੀਂ 2π ਜੋੜ ਦਿੰਦੇ ਹਾਂ, ਮੰਨ ਲਓ ਸਾਈਨ 90 ਦੀ ਵੈਲਿਊ ਆਪਾਂ ਨੂੰ ਪਤਾ 1 ਹੁੰਦੀ ਹੈ, ਜੇ ਮੈਂ ਇਹਦੇ ਵਿੱਚ 2π ਜੋੜਦੇ ਹਾਂ ਤਾਂ ਇੱਥੇ ਵੀ ਆਪਣੇ ਕੋਲ ਵੈਲਿਊ ਕੀ ਆਊਗੀ, ਸਾਈਨ 90 ਦੇ ਬਰਾਬਰ ਹੀ ਆਊਗੀ, 1 ਹੀ ਆਵੇਗੀ। ਸਿਮਿਲਰਲੀ ਆਪਾਂ ਕਹੀਏ ਵੀ ਸਾਈਨ 0 ਡਿਗਰੀ ਦੀ ਜਿੰਨੀ ਵੈਲਿਊ ਹੈ 2π ਆਪਾਂ ਐਡ ਕਰ ਦਈਏ ਤਾਂ ਉਹ ਵੈਲਿਊ ਆਪਸ ਦੇ ਵਿੱਚ ਕੀ ਹੋਣਗੀਆਂ, ਬਰਾਬਰ। ਜਿਵੇਂ ਆਪਾਂ ਗ੍ਰਾਫ ਦੇ ਵਿੱਚ ਆਪਾਂ ਸ਼ੋ ਕੀਤਾ, ਜਿੰਨੀ 0 ਤੇ ਵੈਲਿਊ ਉਨੀ ਹੀ 2π ਤੇ। ਇਹ ਮਤਲਬ ਹੁੰਦਾ ਪੀਰੀਓਡਿਕ ਸਾਈਨੋਸੋਡੀਅਲ ਫੰਕਸ਼ਨ ਦਾ। ਕਹਿੰਦਾ ਮਤਲਬ ਸਾਈਨ ਤੇ ਕੋਸਾਈਨ ਫੰਕਸ਼ਨ ਹੈ ਜਿਹੜੇ, ਉਹ ਦੋਵੇਂ ਆਪਣੇ ਕੋਲ ਕੀ ਹੈ,
ਆਪਦੇ ਆਪ ਨੂੰ 2 ਪਾਈ ਬਾਅਦ ਕੀ ਕਰਦੇ ਆ, ਰਿਪੀਟ ਕਰਦੇ ਹੈ। ਕਲੀਅਰ ਹੈ ਜੀ। ਇਹਦਾ ਮਤਲਬ ਹੁੰਦਾ ਫੇਸ ਕਿੰਨਾ ਆਪਣੇ ਕੋਲ ਦੋਵਾਂ ਦੇ ਵਿਚਕਾਰ 2 ਪਾਈ ਦਾ ਪੀਰੀਅਡ, ਇਹ ਆਪਾਂ ਯਾਦ ਰੱਖ ਲੈਣਾ। ਠੀਕ ਹੈ ਜੀ। ਨੈਕਸਟ ਦੇਖੋ, ਹੁਣ ਅਸੀਂ ਡਿਸਕਸ ਕਰਦੇ ਹਾਂ ਔਸੀਲੇਸ਼ਨਸ। ਔਸੀਲੇਸ਼ਨ ਦਾ ਕੀ ਮਤਲਬ ਹੈ ਬੇਟੇ, ਪਹਿਲਾਂ ਆਪਾਂ ਡਿਸਕਸ ਕੀਤਾ ਪੀਰੀਓਡਿਕ ਮੋਸ਼ਨ। ਆਪਾਂ ਸ਼ੁਰੂ ਤੋਂ ਟੇਬਲ ਬਣਾਇਆ ਸੀ, ਉਹਦੇ ਵਿੱਚ ਆਪਾਂ ਯਾਦ ਰੱਖੋ ਪੀਰੀਓਡਿਕ ਮੋਸ਼ਨ ਦੇ ਅੰਡਰ ਔਸੀਲੇਟਰੀ ਮੋਸ਼ਨ ਆਇਆ ਸੀ, ਤੇ ਔਸੀਲੇਟਰੀ ਮੋਸ਼ਨ ਦੇ ਅੰਡਰ SHM ਆਇਆ ਸੀ। ਠੀਕ ਹੈ ਜੀ। ਇਹਦਾ ਮਤਲਬ ਜਿਹੜਾ ਔਸੀਲੇਟਰੀ ਮੋਸ਼ਨ ਹੈ ਇਹ ਪੀਰੀਓਡਿਕ ਦਾ ਹੀ ਪਾਰਟ ਹੈ। ਔਸੀਲੇਟਰੀ ਦਾ ਮਤਲਬ ਟੂ ਐਂਡ ਫਰੋ। ਜਿਵੇਂ ਆਪਾਂ ਗੱਲ ਕਰੀਏ, ਆਪਾਂ ਇੱਕ ਪੈਂਡੂਲਮ ਲੈ ਲਈਏ। ਠੀਕ ਹੈ ਜੀ। ਪੈਂਡੂਲਮ ਇਸ ਤਰ੍ਹਾਂ ਨਾਲ ਮੂਵ ਕਰਦਾ, ਇਹਦਾ ਮਤਲਬ ਇਹ ਉਹਦੀ ਮੇਨ ਪੋਜੀਸ਼ਨ ਹੈ। ਮੇਨ ਪੋਜੀਸ਼ਨ ਦੇ ਦੁਆਲੇ ਉਹ ਲਗਾਤਾਰ ਕੀ ਕਰ ਰਿਹਾ, ਇਸ ਤਰ੍ਹਾਂ ਨਾਲ ਮੂਵ ਕਰ ਰਿਹਾ। ਇਸ ਤਰ੍ਹਾਂ ਦਾ ਜਿਹੜਾ ਮੋਸ਼ਨ ਉਹਨੂੰ ਆਪਾਂ ਕੀ ਕਹਿੰਦੇ ਹਾਂ, ਟੂ ਐਂਡ ਫਰੋ। ਠੀਕ ਹੈ ਜੀ। ਇਹਦਾ ਮਤਲਬ ਜਿਹੜਾ ਟੂ ਐਂਡ ਫਰੋ ਮੋਸ਼ਨ ਹੈ ਨਾ, ਅਬਾਊਟ ਦੀ ਮੇਨ ਪੋਜੀਸ਼ਨ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਉਹਨੂੰ ਕਹਿੰਦੇ ਔਸੀਲੇਟਰੀ ਮੋਸ਼ਨ। ਠੀਕ ਹੈ ਜੀ। ਔਸੀਲੇਟਰੀ ਮੋਸ਼ਨ ਵੀ ਪੀਰੀਓਡਿਕ ਹੁੰਦਾ ਹੈ। ਠੀਕ ਹੈ ਜੀ। ਆ ਦੇਖੋ, ਆਪਾਂ ਡਾਇਗਰਾਮ ਤੋਂ ਜਿਵੇਂ ਫਸਟ ਤੋਂ ਦੇਖਿਆ ਸੀ, ਉੱਥੇ ਅਸੀਂ ਆਹ ਗੱਲ ਕੀਤੀ ਸੀ। ਜਿਹੜਾ ਫਸਟ ਆਪਾਂ ਦੇਖਿਆ ਸੀ, ਆ ਦੁਬਾਰਾ ਦੇਖੋ, ਆ ਦੇਖੋ ਪੀਰੀਓਡਿਕ ਮੋਸ਼ਨ ਦੇ ਅੰਡਰ ਔਸੀਲੇਟਰੀ ਆਇਆ ਸੀ। ਇਹਦਾ ਮਤਲਬ ਸਾਰੇ ਦੇ ਸਾਰੇ ਔਸੀਲੇਟਰੀ ਮੋਸ਼ਨ ਉਹ ਪੀਰੀਓਡਿਕ ਹੋਣਗੇ, ਬਟ ਸਾਰੇ ਦੇ ਸਾਰੇ ਪੀਰੀਓਡਿਕ ਮੋਸ਼ਨ ਔਸੀਲੇਟਰੀ ਹੋਣ ਇਹ ਜ਼ਰੂਰੀ ਨਹੀਂ, ਕਿਉਂਕਿ ਪੀਰੀਓਡਿਕ ਦਾ ਪਾਰਟ ਔਸੀਲੇਟਰੀ ਹੈ। ਪੀਰੀਓਡਿਕ ਦਾ ਪਾਰਟ ਔਸੀਲੇਟਰੀ ਹੈ। ਠੀਕ ਹੈ ਜੀ। ਇਹਦਾ ਮਤਲਬ ਪੀਰੀਓਡਿਕ ਵੱਡਾ ਵੈਲਿਊ ਹੈ ਤੇ ਔਸੀਲੇਟਰੀ ਸਮਾਲ, ਉਹਦੇ ਵਿੱਚੋਂ ਕੁਝ ਵੈਲਿਊਜ਼ ਹੈਗੀਆਂ। ਇਹਦਾ ਮਤਲਬ ਸਾਰੀਆਂ ਦੀਆਂ ਸਾਰੀਆਂ ਔਸੀਲੇਟਰੀ ਮੋਸ਼ਨਸ ਕੀ ਹੋਣਗੀਆਂ, ਪੀਰੀਓਡਿਕ, ਬਟ ਸਾਰੀਆਂ ਦੀਆਂ ਸਾਰੀਆਂ ਪੀਰੀਓਡਿਕ ਮੋਸ਼ਨਸ ਜਿਹੜੀਆਂ ਉਹ ਆਪਣੇ ਕੋਲ ਔਸੀਲੇਟਰੀ ਨਹੀਂ ਹੋ ਸਕਦੀਆਂ। ਸਿਮਿਲਰਲੀ SHM ਦੀ ਗੱਲ ਕਰੀਏ, ਸਿੰਪਲ ਹਾਰਮੋਨਿਕ ਮੋਸ਼ਨ ਹੈ ਜਿਹੜਾ, ਉਹ ਆਪਣਾ ਔਸੀਲੇਟਰੀ ਦਾ ਪਾਰਟ ਹੈ। ਇਹਦਾ ਮਤਲਬ ਸਾਰੇ ਦੇ ਸਾਰੇ ਜਿਹੜੇ ਸਿੰਪਲ ਹਾਰਮੋਨਿਕ ਮੋਸ਼ਨ ਆ ਉਹ ਔਸੀਲੇਟਰੀ ਹੋਣਗੇ, ਬਟ ਸਾਰੇ ਦੇ ਸਾਰੇ ਔਸੀਲੇਟਰੀ ਮੋਸ਼ਨ ਹੈ ਜਿਹੜੇ ਉਹ ਸਿੰਪਲ ਹਾਰਮੋਨਿਕ ਨਹੀਂ ਹੋਣਗੇ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਸੋ ਔਸੀਲੇਟਰੀ ਦਾ ਮਤਲਬ ਕੀ ਹੈ, ਟੂ ਐਂਡ ਫਰੋ ਮੋਸ਼ਨ। ਟੂ ਐਂਡ ਫਰੋ ਮੋਸ਼ਨ, ਜਿਵੇਂ ਆਪਾਂ ਇੱਥੇ ਇਸ ਚੀਜ਼ ਨੂੰ ਐਟਮ ਦੀ ਵਾਈਬ੍ਰੇਸ਼ਨ ਨਾਲ ਵੀ ਆਪਾਂ ਸ਼ੋ ਕਰ ਰਹੇ ਹਾਂ ਵੀ ਆ ਮੇਨ ਪੋਜੀਸ਼ਨ ਹੈ ਇਹਦੀ, ਅਪਵਰਡ ਡਾਊਨਵਰਡ ਕੀ ਕਰ ਰਿਹਾ, ਵਾਈਬ੍ਰੇਟ ਕਰ ਰਿਹਾ। ਇਹ ਵੀ ਆਪਣੇ ਕੋਲ ਕਿਹੜਾ ਮੋਸ਼ਨ ਹੈ, ਟੂ ਐਂਡ ਫਰੋ ਮੋਸ਼ਨ ਹੈ। ਇੱਥੇ ਆਪਣੇ ਕੋਲ ਕੀ ਹੈ ਬੇਟੇ, ਸਨ ਹੈ, ਇਹ ਅਰਥ ਹੈ। ਅਰਥ ਕੀ ਕਰ ਰਹੀ ਹੈ, ਅਰਾਊਂਡ ਦੀ ਸਨ ਮੂਵ ਕਰ ਰਹੀ ਹੈ ਇੱਕ ਫਿਕਸਡ ਪੀਰੀਅਡ ਦੇ ਵਿੱਚ 365, ਸਹੀ 1/4। ਇਹਦਾ ਮਤਲਬ ਇਹ ਮੋਸ਼ਨ ਆਪਣੇ ਕੋਲ ਕੀ ਪੀਰੀਓਡਿਕ ਤਾਂ ਹੈਗਾ, ਪਰ ਕੀ ਇਹ ਟੂ ਐਂਡ ਫਰੋ ਹੈਗਾ, ਇਹ ਟੂ ਐਂਡ ਫਰੋ ਨਹੀਂ ਹੈਗਾ। ਇਸ ਲਈ ਕੀ ਹੈ ਵੀ ਇਹ ਪੀਰੀਓਡਿਕ ਤਾਂ ਹੈਗਾ, ਬਟ ਔਸੀਲੇਟਰੀ ਨਹੀਂ ਹੈਗਾ। ਠੀਕ ਹੈ। ਜੋ ਸਾਰੇ ਦੇ ਸਾਰੇ ਔਸੀਲੇਟਰੀ ਹੈ, ਆਪਾਂ ਇਸ ਤਰ੍ਹਾਂ ਨਾਲ ਇਹਨੂੰ ਯਾਦ ਰੱਖਣਾ ਵਾਸਤੇ, ਪੀਰੀਓਡਿਕ ਅੰਡਰ ਆਪਣੇ ਕੋਲ ਕੀ ਔਸੀਲੇਟਰੀ, ਅੰਡਰ ਆਪਣੇ ਕੋਲ ਕੀ SHM। ਸਾਰੇ ਦੇ ਸਾਰੇ ਔਸੀਲੇਟਰੀ ਤਾਂ ਪੀਰੀਓਡਿਕ ਹੋਣਗੇ, ਬਟ ਸਾਰੇ ਦੇ ਸਾਰੇ ਪੀਰੀਓਡਿਕ ਔਸੀਲੇਟਰੀ ਨਹੀਂ ਹੋਣਗੇ। ਕੁਛ ਪਾਰਟ ਹੈ ਜਿਹੜਾ ਔਸੀਲੇਟਰੀ ਹੋ ਸਕਦਾ। ਸਿਮਿਲਰਲੀ SHM ਜਿਹੜੇ ਸਾਰੇ ਹੈ ਉਹ ਤਾਂ ਆਪਣੇ ਕੋਲ ਔਸੀਲੇਟਰੀ ਹੋਣਗੇ, ਬਟ ਸਾਰੇ ਦੇ ਸਾਰੇ ਔਸੀਲੇਟਰੀ ਹੈ ਉਹ ਜ਼ਰੂਰੀ ਨਹੀਂ ਵੀ ਸਿੰਪਲ ਹਾਰਮੋਨਿਕ ਆਪਣੇ ਕੋਲ ਹੋਣ। ਆ ਆਪਾਂ ਨੀਚੇ ਹੀ ਗੱਲ ਲਿਖੀ ਹੋਈ ਹੈ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬਟ ਇਹ ਕੁਐਸਚਨ ਹੈ ਜਿਹੜਾ ਆਮ ਤੌਰ ਤੇ ਐਗਜ਼ਾਮ ਦੇ ਵਿੱਚ ਪੁੱਟ ਕੀਤਾ ਜਾਂਦਾ। ਹੁਣ ਦੇਖੋ ਨੈਕਸਟ ਆਪਣੇ ਕੋਲ ਕੀ, ਵਟ ਇਜ਼ ਡਿਸਪਲੇਸਮੈਂਟ। ਹੁਣੇ ਆਪਾਂ ਗੱਲ ਕਰਕੇ ਹਟੇ ਸੀ ਐਂਗੂਲਰ ਡਿਸਪਲੇਸਮੈਂਟ। ਠੀਕ ਹੈ ਜੀ। ਆਪਾਂ ਉਹਨੂੰ ਕਿਹਦੇ ਨਾਲ ਡਿਨੋਟ ਕਰਦੇ ਸੀ, ਐਂਗੂਲਰ ਡਿਸਪਲੇਸਮੈਂਟ ਨੂੰ ਡਿਨੋਟ ਕਰਦੇ ਸੀ ਥੀਟਾ ਨਾਲ, ਤੇ ਥੀਟਾ ਨੂੰ ਆਪਾਂ ਕੀ ਕਿਹਾ ਸੀ, ਓਮੇਗਾ ਟੀ, ਕਿਉਂਕਿ ਓਮੇਗਾ ਕਹਿੰਦੇ ਬਰਾਬਰ ਸੀ ਬੇਟੇ ਥੀਟਾ ਬਾਏ ਟੀ। ਠੀਕ ਹੈ ਜੀ। ਉੱਥੋਂ ਅਸੀਂ ਵੈਲਿਊ ਕੱਢੀ ਸੀ। ਹੁਣ ਡਿਸਪਲੇਸਮੈਂਟ ਦੀ ਗੱਲ ਕਰੀਏ ਆਪਾਂ, ਲੈਟ ਅਸ ਟੇਕ ਬੋਡੀ ਐਟ ਐਨੀ ਇੰਸਟੈਂਟ ਆਫ ਟਾਈਮ ਇਜ਼ ਐਟ ਪੁਆਇੰਟ A ਐਂਡ ਇਟ ਇਜ਼ ਮੂਵਿੰਗ ਇਨ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਵਿਦ ਐਂਗੂਲਰ ਫ੍ਰੀਕੁਐਂਸੀ ਓਮੇਗਾ। ਲੈਟ ਐਟ ਐਨੀ ਇੰਸਟੈਂਟ ਆਫ ਟਾਈਮ ਇਟ ਰੀਚ ਦੀ ਪੁਆਇੰਟ N ਪੁਆਇੰਟ ਦੇ ਉੱਪਰ ਆਪਣੇ ਕੋਲ ਕੀ ਕਰ ਗਈ, ਉਹ ਰੀਚ ਕਰ ਗਈ T ਟਾਈਮ ਦੇ ਉੱਪਰ। ਠੀਕ ਹੈ ਜੀ। ਤਾਂ ਜਿਹੜਾ ਫੇਸ ਹੈ ਉਹ ਆਪਣੇ ਕੋਲ ਕੀ ਦੱਸਦਾ, ਡਾਇਰੈਕਸ਼ਨ ਤੇ ਪੋਜੀਸ਼ਨ। ਆ ਆਪਣੇ ਕੋਲ ਹੋ ਗਿਆ ਫਾਈ ਜਾਂ ਥੀਟਾ ਹੋ ਗਿਆ। ਠੀਕ ਹੈ। ਹੁਣ ਜੇ ਆਹ ਐਂਗਲ ਆਪਣੇ ਕੋਲ ਥੀਟਾ ਹੈ, ਜੇਕਰ ਇਹਦੇ ਪੈਰਲਰ ਅਸੀਂ ਇੱਥੋਂ ਇੱਕ ਪਰਪੈਂਡੀਕੂਲਰ ਡਰਾਅ ਕਰ ਦਈਏ, ਤਾਂ ਜਿਹੜੀ ਆ MN ਸਾਈਡ ਹੈ ਇਹ ਆਪਣੇ ਕੋਲ ਕੀ ਹੋ ਗਈ, ਇਸ ਸਾਈਡ ਦੇ ਪੈਰਲਰ ਹੋ ਗਈ। ਆ ਟਰਾਂਸਵਰਸ ਇਹਨੂੰ ਕੱਟ ਕਰ ਰਹੀ ਹੈ, ਇਸ ਲਈ ਆਹ ਵਾਲਾ ਐਂਗਲ ਓਮੇਗਾ ਟੀ ਹੈ, ਤਾਂ ਐਂਗਲ ਵੀ ਕੀ ਹੋਏਗਾ, ਓਮੇਗਾ ਟੀ ਹੋਏਗਾ। ਦੇਖੋ ਬੇਟੇ ਅਸੀਂ ਕਰਨਾ ਕੀ ਚਾਹੁੰਦੇ ਹਾਂ, ਅਸੀਂ ਇਹ ਐਕਸ ਤੇ ਵਾਈ ਦੀ ਵੈਲਿਊ ਕੱਢਣਾ ਚਾਹੁੰਦੇ, ਡਿਸਪਲੇਸਮੈਂਟ ਕੱਢਣਾ ਚਾਹੁੰਦੇ ਵੀ ਜੇਕਰ ਵਾਈਬ੍ਰੇਸ਼ਨ ਦਾ ਜਿਹੜੀਆਂ ਔਸੀਲੇਸ਼ਨ ਇਸ ਤਰ੍ਹਾਂ ਨਾਲ ਹੋਣ ਤਾਂ ਵਾਈ ਦੀ ਫਾਰਮ 'ਚ ਰਿਪਰਜੈਂਟ ਕਰਾਂਗੇ, ਜੇ ਹੌਰੀਜੈਂਟਲੀ ਹੋਣ ਤਾਂ ਐਕਸ ਦੀ। ਠੀਕ ਹੈ। ਸਾਨੂੰ ਇੱਕ ਗੱਲ ਪਤਾ ਬੇਟੇ, ਐਂਗਲ ਦੇ ਸਾਹਮਣੇ ਹਮੇਸ਼ਾ ਕੀ ਹੁੰਦਾ, ਪਰਪੈਂਡੀਕੂਲਰ। ਇਹਦਾ ਮਤਲਬ ਆ ਆਪਣੇ ਕੋਲ ਕੀ ਹੈ, ਪਰਪੈਂਡੀਕੂਲਰ ਹੈ। ਆ ਟਰਮ ਆਪਣੇ ਕੋਲ ਕੀ, ਹਾਈਪੋਟੀਨਿਊਜ਼ ਵਿਚ ਇਜ਼ ਦੀ ਰੇਡੀਅਸ ਆਫ ਦੀ ਸਰਕਲ,
ON ਆਪਣੇ ਕੋਲੇ ਕੀ ਹੈ ਬੇਟੇ R ਦੇ ਬਰਾਬਰ ਹੈ, ਜਿਹਨੂੰ ਆਪਾਂ ਕੀ ਕਿਹਾ ਰੇਡੀਅਸ ਆਫ ਸਰਕਲ, ਜਿਹਦੇ ਵਿੱਚ ਬੋਡੀ ਮੂਵ ਕਰ ਰਹੀ ਹੈ। ਠੀਕ ਹੈ ਜੀ। ਜੇਕਰ ਅਸੀਂ ਰਾਈਟ ਐਂਗਲ ਟਰਾਇੰਗਲ ਜਿਹੜੀ ਆਪਣੇ ਕੋਲ ਬਣੀ ਹੈ OMN, ਠੀਕ ਹੈ, ਜਿਹੜੀ ਆ ਆਪਣੇ ਕੋਲ OMN, ਇਹਦੇ 'ਚ ਜਾਈਏ ਤੇ ਸਾਈਨ ਥੀਟਾ ਕੈਲਕੂਲੇਟ ਕਰੀਏ। ਓਮੇਗਾ ਟੀ ਇਹਨੂੰ ਆਪਾਂ ਥੀਟਾ ਲਿਖ ਲਿਆ, ਕਿਹਦੇ ਬਰਾਬਰ ਹੋਊਗਾ ਪਰਪੈਂਡੀਕੂਲਰ ਬਾਏ ਹਾਈਪੋਟੀਨਿਊਜ਼। ਪਰਪੈਂਡੀਕੂਲਰ ਆਪਣੇ ਕੋਲ ਕਿਹਦੇ ਬਰਾਬਰ ਹੁੰਦਾ ਬੇਟੇ Y, ਹਾਈਪੋਟੀਨਿਊਜ਼ ਕਿਹਦੇ ਬਰਾਬਰ ਹੈ R। ਇਹਦਾ ਮਤਲਬ ਜੇ ਅਸੀਂ ਇਹਨੂੰ ਸੋਲਵ ਕਰਦੇ ਹਾਂ ਤਾਂ Y ਆਪਣੇ ਕੋਲ ਕਿਹਦੇ ਬਰਾਬਰ ਆਇਆ R ਸਾਈਨ ਥੀਟਾ। Y ਆਪਣੇ ਕੋਲ ਕਿਹਦੇ ਬਰਾਬਰ ਆਇਆ ਬੇਟੇ R ਸਾਈਨ ਥੀਟਾ। ਠੀਕ ਹੈ ਜੀ। ਸਿਮਿਲਰਲੀ ਜੇਕਰ ਅਸੀਂ ਇੱਥੋਂ ਪਰਪੈਂਡੀਕੂਲਰ ਡਰਾ ਕਰੀਏ ਆਹ ਰਾਈਟ ਐਂਗਲ ਟਰਾਇੰਗਲ ਤੇ, ਇਹਦੇ ਵਿੱਚ ਅਸੀਂ x ਦੀ ਵੈਲਿਊ ਕੈਲਕੂਲੇਟ ਕਰੀਏ ਤਾਂ ਐਂਗਲ ਦੇ ਸਾਹਮਣੇ ਆਪਣੇ ਕੋਲ ਕੀ ਹੋਊਗਾ ਪਰਪੈਂਡੀਕੂਲਰ ਹੋਏਗਾ। ਠੀਕ ਹੈ ਜੀ। ਜੇ ਆਪਾਂ ਗੱਲ ਕਰੀਏ ਇਨ ਰਾਈਟ ਐਂਗਲ ਟਰਾਇੰਗਲ ON, ਜੇ ਮੰਨ ਲਓ ਆ ਇਸ ਪੁਆਇੰਟ ਨੂੰ ਆਪਾਂ ਕਹਿ ਦਈਏ K, ONK ਦੇ ਵਿੱਚ ਜੇਕਰ ਅਸੀਂ ਵੈਲਿਊ ਨੂੰ ਕੀ ਕਰੀਏ ਕੈਲਕੂਲੇਟ ਕਰੀਏ ਤਾਂ ਵੈਲਿਊ ਆਪਣੇ ਕੋਲ ਕੀ ਆਏਗੀ ਬੇਟੇ cos ਦੀ ਵੈਲਿਊ ਜੇ ਅਸੀਂ ਕੈਲਕੂਲੇਟ ਕਰੀਏ, ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਹੈ, ਆਪਾਂ Y ਦੀ ਵੈਲਿਊ ਕੈਲਕੂਲੇਟ ਕਰਨੀ ਹੈ, ਆ ਬੇਸ ਹੈ। ਠੀਕ ਹੈ ਜੀ। ਇੱਥੇ ਅਸੀਂ cos ਥੀਟਾ ਕੈਲਕੂਲੇਟ ਕਰੀਏ ਤਾਂ ਕੀ ਹੋਊਗਾ ਬੇਸ ਬਾਏ ਹਾਈਪੋਟੀਨਿਊਜ਼। ਬੇਸ ਆਪਣੇ ਕੋਲ ਕੀ ਹੈ X, ਹਾਈਪੋਟੀਨਿਊਜ਼ ਕੀ R, ਸੋ X ਦੀ ਵੈਲਿਊ ਕੀ ਆਏਗੀ R cos ਥੀਟਾ। ਤੇ ਇਹ X ਤੇ Y ਆਪਣੇ ਕੋਲ ਕੀ ਡਿਨੋਟ ਕਰ ਰਹੇ ਹੈ, ਇਹ ਡਿਨੋਟ ਕਰ ਰਹੇ ਆ ਆਪਣੇ ਕੋਲ ਡਿਸਪਲੇਸਮੈਂਟ। ਕਲੀਅਰ ਹੋਇਆ। ਰਿਵੀਜ਼ਨ ਦੇ ਵਿੱਚ ਦੇਖੋ ਬੇਟੇ, ਸਭ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀਗਾ ਵੀ ਮੋਸ਼ਨ ਕਿੰਨੀ ਤਰ੍ਹਾਂ ਦੇ। ਆਪਾਂ ਕਿਹਾ ਸੀ ਮੋਸ਼ਨ ਨੂੰ ਟਾਈਮ ਪੀਰੀਅਡ ਦੇ ਆਧਾਰ ਤੇ ਦੋ ਪਾਰਟਸ 'ਚ ਡਿਵਾਈਡ ਕੀਤਾ ਜਾ ਸਕਦਾ, ਪੀਰੀਓਡਿਕ ਐਂਡ ਨੋਨ ਪੀਰੀਓਡਿਕ। ਨੋਨ ਪੀਰੀਓਡਿਕ ਮਤਲਬ ਜਿਨ੍ਹਾਂ 'ਚ ਫਿਕਸਡ ਇੰਟਰਵਲ ਨਾ ਹੋਵੇ, ਪੀਰੀਓਡਿਕ ਦਾ ਮਤਲਬ ਜਿਨ੍ਹਾਂ ਦੇ ਵਿੱਚ ਟਾਈਮ ਇੰਟਰਵਲ ਕੀ ਹੋਵੇ ਹੈਪਨ ਕਰਨ ਦੇ ਵਿੱਚ ਫਿਕਸਡ ਹੋਵੇ। ਠੀਕ ਹੈ ਜੀ। ਇਹਦੇ ਅੰਡਰ ਆਪਾਂ ਡਿਸਕਸ ਕੀਤਾ ਔਸੀਲੇਟਰੀ। ਔਸੀਲੇਟਰੀ ਕੀ ਸੀ ਬੇਟੇ ਟੂ ਐਂਡ ਫਰੋ ਮੋਸ਼ਨ। ਠੀਕ ਹੈ ਜੀ। ਫਿਰ ਆਪਾਂ ਡਿਸਕਸ ਕੀਤਾ ਇਹਦੇ ਵਿੱਚ SHM, ਸਪੈਸ਼ਲ ਟਾਈਪ ਆਫ ਦੀ ਔਸੀਲੇਟਰੀ ਮੋਸ਼ਨ ਹੈ, ਜਿਹਦੇ ਐਕਸਲਰੇਸ਼ਨ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਨੈਗੇਟਿਵ ਆਫ ਡਿਸਪਲੇਸਮੈਂਟ। ਇਹ ਨੈਕਸਟ ਲੈਕਚਰ 'ਚ ਆਪਾਂ ਡਿਸਕਸ ਕਰਾਂਗੇ। ਠੀਕ ਹੈ। ਟਾਈਮ ਪੀਰੀਅਡ ਆਪਣੇ ਕੋਲ ਕੀ ਰਿਪਰੈਜ਼ੈਂਟ ਕਰਦਾ ਬੇਟੇ ਟੋਟਲ ਟਾਈਮ ਟੇਕਨ ਟੂ ਕੰਪਲੀਟ ਦੀ ਵਨ ਸਾਈਕਲ ਜਾਂ ਵਨ ਔਸੀਲੇਸ਼ਨ, ਜਿੱਥੋਂ ਸਟਾਰਟ ਹੋਇਆ ਉਸੇ ਪੁਆਇੰਟ ਤੇ ਵਾਪਿਸ ਆਉਣਾ, ਜਾਂ ਵਨ ਵਾਈਬ੍ਰੇਸ਼ਨ। ਇਹਨੂੰ ਆਪਾਂ ਕੈਪੀਟਲ T ਨਾਲ ਡਿਨੋਟ ਕੀਤਾ ਸੀ। ਕੁੱਲ ਸਮਾਂ ਇੱਕ ਸਾਈਕਲ ਨੂੰ ਕੰਪਲੀਟ ਕਰਨ ਤੇ, ਇੱਕ ਵਾਈਬ੍ਰੇਸ਼ਨ ਨੂੰ ਕੰਪਲੀਟ ਕਰਨ ਤੇ, ਜਾਂ ਵਨ ਔਸੀਲੇਸ਼ਨ ਨੂੰ ਕੰਪਲੀਟ ਕਰਨ ਤੇ। ਠੀਕ ਹੈ ਜੀ। ਨੈਕਸਟ ਦੇਖੋ ਫ੍ਰੀਕੁਐਂਸੀ। ਫ੍ਰੀਕੁਐਂਸੀ ਦਾ ਮਤਲਬ ਕੀ ਸੀ ਬੇਟੇ ਇੱਕ ਸੈਕਿੰਡ ਦੇ ਵਿੱਚ ਕਿੰਨੇ ਸਾਈਕਲ ਹੈ ਜਿਹੜੇ ਉਹ ਕੰਪਲੀਟ ਕੀਤੇ ਜਾ ਰਹੇ। ਆਪਾਂ ਕਹੀਏ ਸਾਈਕਲ ਪਰ ਸੈਕਿੰਡ, ਇਹਦਾ ਯੂਨਿਟ ਕੀ ਸੀਗਾ ਹਰਟਜ਼। ਠੀਕ ਹੈ ਜੀ। ਹਰਟਜ਼ ਆਪਣੇ ਕੋਲ ਕੀ ਹੈ ਟੋਟਲ ਨੰਬਰ ਆਫ ਸਾਈਕਲਸ ਕੰਪਲੀਟਡ ਪਰ ਸੈਕਿੰਡ। ਜੇ ਇੱਕ ਸੈਕਿੰਡ ਦੇ ਵਿੱਚ 5 ਗੇੜੇ ਲਾਉਂਦੀ ਹੈ ਤਾਂ ਫ੍ਰੀਕੁਐਂਸੀ ਕਿੰਨੀ ਹੋਈ 5 ਹਰਟਜ਼। ਜੇ 10 ਗੇੜੇ ਲਾਉਂਦੀ ਇੱਕ ਸੈਕਿੰਡ ਦੇ ਵਿੱਚ ਤਾਂ 10 ਹਰਟਜ਼। ਫ੍ਰੀਕੁਐਂਸੀ ਓਮੇਗਾ ਨਾਲ ਡਿਨੋਟ ਕੀਤਾ ਸੀ। ਓਮੇਗਾ ਦਾ ਰਿਲੇਸ਼ਨ ਕੀ ਸੀ 2π/T। ਠੀਕ ਹੈ ਜੀ। ਜਾਂ ਆਪਾਂ ਲਿਖਿਆ ਸੀ 2π/f। ਠੀਕ ਹੈ ਜੀ। ਨੈਕਸਟ ਦੇਖੋ ਫੇਸ। ਫੇਸ ਕੀ ਹੈ ਬੇਟੇ ਐਂਗਲ। ਫੇਸ ਆਪਣੇ ਕੋਲ ਕੀ ਹੈ ਇਹ ਐਂਗਲ ਜਿਹੜਾ ਇਹਨਾਂ ਦੋਵਾਂ ਦੇ ਵਿਚਕਾਰ ਬਣ ਰਿਹਾ। ਤੇ ਫੇਸ ਸਾਡੇ ਕੋਲ ਕੀ ਡਿਨੋਟ ਕਰਦਾ ਸਟੇਟ ਆਫ ਦੀ ਬੋਡੀ। ਸਟੇਟ ਆਫ ਦੀ ਬੋਡੀ 'ਚ ਕਿਹੜੀ ਚੀਜ਼ ਆ ਜਾਂਦੀ ਹੈ ਉਹਦੀ ਡਾਇਰੈਕਸ਼ਨ ਤੇ ਉਹਦੀ ਪੋਜੀਸ਼ਨ। ਕਹਿੰਦਾ ਮਤਲਬ ਇੱਕ ਖਾਸ ਸਮੇਂ ਦੇ ਉੱਪਰ ਬੋਡੀ ਕਿਸ ਡਾਇਰੈਕਸ਼ਨ ਦੇ ਵਿੱਚ ਹੈ। ਠੀਕ ਹੈ ਜੀ। ਤੇ ਉਹਦੀ ਪੋਜੀਸ਼ਨ ਕੀ ਹੈ, ਕਹਿੰਦਾ ਮਤਲਬ ਇਹ ਦੋਵੇਂ ਚੀਜ਼ਾਂ ਪੋਜੀਸ਼ਨ ਥੀਟਾ ਹੈ ਜਿਹੜਾ ਆਪਣੇ ਕੋਲ ਦੋਵੇਂ ਇਹ ਡਿਨੋਟ ਕਰਦਾ ਹੈਗਾ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ। ਇਹਨੂੰ ਆਪਾਂ ਕੀ ਕਿਹਾ ਸੀ ਫੇਸ। ਫੇਸ ਦਾ ਮਤਲਬ ਐਂਗਲ, ਤੇ ਆਪਾਂ ਇਹਨੂੰ ਕਿਵੇਂ ਡਿਨੋਟ ਕੀਤਾ ਸੀ ਥੀਟਾ ਇਜ਼ ਇਕੁਅਲ ਟੂ ਓਮੇਗਾ ਇਨਟੂ ਟੀ। ਠੀਕ ਹੈ ਜੀ। ਨੈਕਸਟ ਦੇਖੀਏ ਪੀਰੀਓਡਿਕ ਮੋਸ਼ਨ। ਪੀਰੀਓਡਿਕ ਮੋਸ਼ਨ ਕੀ ਹੈ ਬੇਟੇ ਜਿਹੜਾ ਇੱਕ ਖਾਸ ਸਮੇਂ ਬਾਅਦ ਆਪਦੇ ਆਪ ਨੂੰ ਕੀ ਕਰਦਾ ਰਿਪੀਟ ਕਰਦਾ, ਉਹਨੂੰ ਆਪਾਂ ਕੀ ਕਹਿੰਦੇ ਪੀਰੀਓਡਿਕ ਮੋਸ਼ਨ ਕਹਿੰਦੇ ਆ। ਠੀਕ ਹੈ ਜੀ। ਪੀਰੀਓਡਿਕ ਮੋਸ਼ਨ ਨੂੰ ਹਾਰਮੋਨਿਕ ਵੀ ਕਹਿ ਦਿੰਦੇ ਆ। ਜਿਵੇਂ ਆਪਾਂ ਐਗਜ਼ਾਮਪਲ ਲਈ ਸੀ ਕਿ ਜੰਪਿੰਗ ਆਫ ਏ ਬॉय, ਵੀ ਇੱਕ ਖਾਸ ਇੰਟਰਵਲ ਬਾਅਦ ਬੱਚਾ ਕੀ ਕਰ ਰਿਹਾ ਜੰਪ ਕਰ ਰਿਹਾ, ਤਾਂ ਇੱਥੇ ਟਾਈਮ ਇੰਟਰਵਲ ਕੀ ਹੈ ਫਿਕਸ ਹੈ। ਜੇ ਟਾਈਮ ਇੰਟਰਵਲ ਫਿਕਸ ਹੈ ਤਾਂ ਇਹਦਾ ਮਤਲਬ ਕਿਸ ਤਰ੍ਹਾਂ ਦੇ ਮੋਸ਼ਨ ਦੀ ਐਗਜ਼ਾਮਪਲ ਹੋ ਗਈ ਹੈ ਪੀਰੀਓਡਿਕ। ਪੀਰੀਓਡਿਕ ਦਾ ਮਤਲਬ ਇੱਕ ਨਿਸ਼ਚਿਤ ਸਮੇਂ ਬਾਅਦ ਮੋਸ਼ਨ ਦਾ ਆਪਦੇ ਆਪ ਨੂੰ ਰਿਪੀਟ ਕਰਨਾ। ਇੱਥੇ ਬੇਟੇ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਸਾਈਨ ਜਾਂ ਕੋਸਾਈਨ ਹੈ ਉਹ ਆਪਣੇ ਕੋਲ ਕਾਹਦੇ ਫੰਕਸ਼ਨ ਹੈ ਉਹ 2π ਦੇ। ਇਹਦਾ ਮਤਲਬ ਜਿੰਨੀ ਵੀ ਐਂਗਲ ਦੀ ਵੈਲਿਊ ਹੈ ਜੇ ਉਹਦੇ 'ਚ 2π ਆਪਾਂ ਜੋੜ ਦਈਏ
ਤਾਂ ਉਹ ਸੇਮ ਹੀ ਐਂਗਲ ਆਪਣੇ ਕੋਲ ਦੁਬਾਰਾ ਕੀ ਕਰੇਗਾ, ਆਪਦੀ ਵੈਲਿਊ ਨੂੰ ਰੀਟਰੇਸ ਕਰੇਗਾ। ਜਿਵੇਂ ਸਾਈਨ ਦੀ ਗੱਲ ਕੀਤੀ, ਸਾਈਨ 0 ਤੇ ਜਿੰਨੀ ਵੈਲਿਊ ਹੈ 2π ਤੇ ਵੀ ਵੈਲਿਊ ਕੀ ਹੋਏਗੀ, ਸੇਮ। ਇਸ ਲਈ ਸਾਈਨ ਆਫ ਓਮੇਗਾ ਟੀ ਪਲੱਸ 2π ਜਦੋਂ ਆਪਾਂ ਕਰਾਂਗੇ ਤਾਂ ਉਹ ਵੈਲਿਊ ਕੀ ਆਊਗੀ, ਸਾਈਨ ਆਫ ਓਮੇਗਾ ਟੀ, ਉਸੇ ਐਂਗਲ ਦੀ ਵੈਲਿਊ ਦੇ ਬਰਾਬਰ ਆਏਗੀ। ਠੀਕ ਹੈ ਜੀ। ਔਸੀਲੇਟਰੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਟੂ ਐਂਡ ਫਰੋ ਕਿਹਦੇ ਦੁਆਲੇ, ਮੀਨ ਪੋਜੀਸ਼ਨ ਦੇ ਦੁਆਲੇ। ਉਸ ਤਰ੍ਹਾਂ ਦੇ ਮੋਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ, ਔਸੀਲੇਟਰੀ ਮੋਸ਼ਨ। ਜਿਵੇਂ ਪੈਂਡੂਲਮ ਦੀ ਐਗਜ਼ਾਮਪਲ ਹੋ ਗਈ ਆਪਣੇ ਕੋਲੇ। ਠੀਕ ਹੈ ਜੀ। ਜਿਹੜਾ ਸਨ ਹੈ ਇਹਦੇ ਦੁਆਲੇ ਅਰਥ ਕੀ ਕਰਦੀ ਹੈ, ਰਿਵੋਲਵ ਕਰਦੀ ਹੈ। ਇਹ ਮੋਸ਼ਨ ਆਪਣੇ ਕੋਲੇ ਕੀ ਹੈ, ਔਸੀਲੇਟਰੀ ਨਹੀਂ ਹੈਗਾ। ਇਹ ਕਿਹੜਾ ਮੋਸ਼ਨ ਹੈ, ਇਹ ਪੀਰੀਓਡਿਕ ਹੈ। ਠੀਕ ਹੈ ਜੀ। ਇੱਥੇ ਹੀ ਆਪਾਂ ਚੀਜ਼ ਸਮਝੀ ਸੀ ਵੀ ਸਾਰੇ ਦੇ ਸਾਰੇ ਪੀਰੀਓਡਿਕ ਮੋਸ਼ਨ ਹੈ, ਉਹਦੇ ਵਿੱਚ ਸਬ ਪਾਰਟ ਕੀ ਹੈ, ਔਸੀਲੇਟਰੀ ਮੋਸ਼ਨ। ਇਹਦਾ ਮਤਲਬ ਸਾਰੇ ਦੇ ਸਾਰੇ ਜਿਹੜੇ ਔਸੀਲੇਟਰੀ ਮੋਸ਼ਨ ਹੈ ਉਹ ਪੀਰੀਓਡਿਕ ਹੈਗੇ ਹੈ, ਬਟ ਸਾਰੇ ਦੇ ਸਾਰੇ ਪੀਰੀਓਡਿਕ ਮੋਸ਼ਨ ਹੈ ਉਹ ਔਸੀਲੇਟਰੀ ਨਹੀਂ ਹੈਗੇ। ਠੀਕ ਹੈ। ਜਿਵੇਂ ਆਪਾਂ ਅਰਥ ਵਾਲੀ ਐਗਜ਼ਾਮਪਲ ਲਈਏ, ਇਹਨੂੰ ਆਪਾਂ ਕਲੀਅਰ ਕਰ ਲੈਣਾ। ਨੈਕਸਟ ਆਪਣੇ ਦੇਖੋ ਡਿਸਪਲੇਸਮੈਂਟ। ਡਿਸਪਲੇਸਮੈਂਟ ਦਾ ਮਤਲਬ ਕੀ ਹੈ ਬੇਟੇ, ਵੀ ਪਾਰਟੀਕਲ ਕਿਸ ਤਰ੍ਹਾਂ ਨਾਲ ਕੀ ਕਰ ਰਿਹਾ, ਵਾਈਬ੍ਰੇਟ ਕਰ ਰਿਹਾ। ਜੇ ਆਪਾਂ ਐਕਸ ਤੇ ਟੀ ਦੇ ਵਿਚਕਾਰ ਜੇ ਆਪਾਂ ਗ੍ਰਾਫ ਬਣਾਉਣੇ ਆ, ਐਕਸ ਨੂੰ ਆਪਾਂ ਕਹਿੰਦੇ ਆ ਡਿਸਪਲੇਸਮੈਂਟ, ਜਿਵੇਂ ਇਸ ਤਰ੍ਹਾਂ ਨਾਲ ਵੀ ਆਪਾਂ ਬਣਾਇਆ ਸੀ। ਤਾਂ ਆਹ ਚੀਜ਼ ਆਪਣੇ ਕੋਲ ਕੀ ਡਿਨੋਟ ਕਰਦੀ ਹੈ, ਮੈਕਸਿਮਮ ਡਿਸਪਲੇਸਮੈਂਟ ਐਂਪਲੀਟਿਊਡ ਜਿਹਨੂੰ ਆਪਾਂ ਕਹਿੰਦੇ ਆ। ਇਸੇ ਚੀਜ਼ ਨੂੰ ਆਪਾਂ ਗ੍ਰਾਫਿਕਲੀ ਰਿਪਰੈਜ਼ੈਂਟ ਕੀਤਾ ਵੀ ਜਦੋਂ ਕੋਈ ਪਾਰਟੀਕਲ ਮੂਵ ਕਰਦਾ ਹੈ ਯੂਨੀਫਾਰਮਲੀ ਸਰਕੂਲਰ ਮੋਸ਼ਨ ਤੇ, ਤਾਂ ਜਿਹੜੀ ਯੂਨੀਫਾਰਮ ਸਰਕੂਲਰ ਮੋਸ਼ਨ ਦੀ ਪ੍ਰੋਜੈਕਸ਼ਨ ਹੈ ਕਿਹਦੇ ਉੱਪਰ, ਐਕਸ ਐਕਸਿਸ ਦੇ ਉੱਪਰ ਐਂਡ ਵਾਈ ਐਕਸਿਸ ਦੇ ਉੱਪਰ, ਉਹ ਆਪਣੇ ਕੋਲ ਕਿਸ ਤਰ੍ਹਾਂ ਦਾ ਮੋਸ਼ਨ ਹੁੰਦਾ, ਉਹ ਆਪਣੇ ਕੋਲ ਹੁੰਦਾ SHM। ਪਾਰਟੀਕਲ ਵਾਈਬ੍ਰੇਟ ਕਰ ਰਿਹਾ। ਠੀਕ ਹੈ ਜੀ। ਇਹਦੀ ਅਸੀਂ ਵੈਲਿਊ ਕੈਲਕੂਲੇਟ ਕੀਤੀ ਸੀ, ਤਾਂ ਵਾਈ ਦੀ ਵੈਲਿਊ ਸਾਡੇ ਕੋਲ ਕਿੰਨੀ ਆਈ ਸੀ ਬੇਟੇ, R sin ਓਮੇਗਾ ਟੀ, ਤੇ ਐਕਸ ਦੀ ਵੈਲਿਊ ਕੀ ਆਈ ਸੀ, R cos ਓਮੇਗਾ ਟੀ। ਇਹ ਆਪਣੇ ਕੋਲ ਕੀ ਸੀ ਬੇਟੇ, ਇਹ ਸੀ ਡਿਸਪਲੇਸਮੈਂਟ। ਠੀਕ ਹੈ ਜੀ।